ਪ੍ਰਕਾਸ਼ ਨਾਲ ਓਤ-ਪੋਤ ਪਰਬਤ ਦੇ ਸਿਖਰ ਬਹੁਤ ਨਜ਼ਦੀਕ ਪ੍ਰਤੀਤ ਹੁੰਦੇ ਹਨ, ਪਰ ਉਹਦੇ ਲਈ ਜੋ ਯਾਤਰਾ 'ਤੇ ਨਹੀਂ ਹੈ, ਜਿਹੜਾ ਯਾਤਰਾ 'ਤੇ ਤੁਰਦਾ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਸਿਖਰ ਜਿੰਨੇ ਨਜ਼ਦੀਕ ਜਾਪਦੇ ਹਨ ਉਹ ਇੰਨੇ ਨਜ਼ਦੀਕ ਨਹੀਂ, ਬਹੁਤ ਦੂਰ ਹਨ। ਜਿਹੜਾ ਯਾਤਰਾ 'ਤੇ ਤੁਰਦਾ ਉਸ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਰਾਹ ਆਸਾਨ ਨਹੀਂ ਹੈ। ਜਿਵੇਂ ਜਿਵੇਂ ਸਿਖਰ ਕਰੀਬ ਆਉਂਦਾ ਜਾਏਗਾ ਉਵੇਂ ਉਵੇਂ ਰਾਹ ਕਠਿਨ ਹੁੰਦਾ ਜਾਏਗਾ। ਮੰਜ਼ਿਲ ਦੇ ਅੰਤਿਮ ਚਿੰਨ੍ਹ ਅਤੀ ਕਠਿਨਾਈ ਦੇ ਹੁੰਦੇ ਹਨ। ਇੱਕ ਇੱਕ ਪੈਰ ਚੁੱਕਣਾ ਬੋਝਲ ਹੋ ਜਾਂਦਾ ਹੈ। ਜਿੰਨੇ ਅਸੀਂ ਦੂਰ ਆ ਮੰਜ਼ਿਲ ਤੋਂ ਓਨਾ ਆਸਾਨ ਜਾਪਦਾ ਹੈ। ਇਸ ਦੇ ਬਹੁਤ ਕਾਰਨ ਹਨ। ਇੱਕ ਤਾਂ ਸਿਖਰ ਦਿਖਾਈ ਪੈਂਦਾ ਹੈ, ਰਾਹ ਦਿਖਾਈ ਨਹੀਂ ਪੈਂਦਾ। ਸਿਖਰ ਖਿੱਚ ਪਾਉਂਦਾ ਹੈ ਨਿਸ਼ਾਨਾ, ਪਹੁੰਚ ਸਥਾਨ ਪੁਕਾਰਦਾ ਹੈ, ਲੇਕਿਨ ਵਿਚਕਾਰਲੇ ਉੱਚੇ ਨੀਵੇਂ ਵਲੇਵੇਂਦਾਰ ਰਾਹਾਂ ਦਾ ਸਿਖਰ ਨੂੰ ਦੇਖ ਕੇ ਕੋਈ ਅੰਦਾਜ਼ਾ ਨਹੀਂ ਲੱਗਦਾ। ਉਸ ਕਸ਼ੇ 'ਚ ਖਿੱਚਿਆ ਹੋਇਆ ਵਿਅਕਤੀ ਸਿਖਰ ਤੱਕ ਪਹੁੰਚ ਵੀ ਜਾਂਦਾ ਹੈ, ਪਰ ਜਿਵੇਂ ਜਿਵੇਂ ਤੁਰਦਾ ਉਵੇਂ ਉਵੇਂ ਕਠਿਨਾਈ ਹੁੰਦੀ ਹੈ। ਸੁਭਾਵਿਕ ਹੈ, ਜਿਹੜੇ ਤੁਰਨਗੇ ਉਹਨਾਂ ਨੂੰ ਕਠਿਨਾਈ ਵੀ ਮਹਿਸੂਸ ਹੋਵੇਗੀ। ਜਿਹੜੇ ਬੈਠੇ ਰਹਿਣਗੇ ਉਹਨਾਂ ਨੂੰ ਕੋਈ ਕਠਿਨਾਈ ਨਹੀਂ ਹੁੰਦੀ। ਜਿਹੜੇ ਬੈਠੇ ਰਹਿਣਗੇ ਉਹ ਕੁਝ ਹਾਸਲ ਵੀ ਨਹੀਂ ਕਰ ਸਕਣਗੇ। ਜਿਹੜੇ ਬੈਠੇ ਰਹਿਣਗੇ ਸਿਵਾਏ ਖੂਨ ਦੇ ਉਹਨਾਂ ਦੀ ਜ਼ਿੰਦਗੀ ਵਿੱਚ ਹੋਰ ਕੋਈ ਘਟਨਾ ਨਹੀਂ ਵਾਪਰੇਗੀ। ਯਕੀਨਨ ਹੀ ਜਿਹੜੇ ਬੈਠੇ ਰਹਿੰਦੇ ਹਨ ਉਹਨਾਂ ਤੋਂ ਭੁੱਲ ਵੀ ਨਹੀਂ ਹੁੰਦੀ। ਉਹ ਕਦੇ ਰਾਹ ਤੋਂ ਵੀ ਨਹੀਂ ਭਟਕਦੇ, ਕਿਉਂਕਿ ਜਿਹੜਾ ਰਾਹ 'ਤੇ ਤੁਰੇ ਹੀ ਨਹੀਂ ਉਹ ਰਾਹ ਤੋਂ ਭਟਕੇਗਾ ਕਿਵੇਂ। ਜਿਹੜੇ ਤੁਰਦੇ ਹਨ ਉਹਨਾਂ ਤੋਂ ਭੁੱਲਾਂ ਹੁੰਦੀਆਂ ਹਨ, ਉਹਨਾਂ ਦਾ ਰਾਹ ਤੋਂ ਭਟਕਣਾ ਵੀ ਮੁਮਕਿਨ ਹੋ ਜਾਂਦਾ ਹੈ। ਜਿੰਨਾ ਸਿਖਰ ਨੇੜੇ ਹੁੰਦਾ ਹੈ ਓਨੀਆਂ ਹੀ ਖਾਈਆਂ ਚਾਰ ਚੁਫੇਰੇ ਤੋਂ ਘੇਰ ਲੈਂਦੀਆਂ। ਭਟਕਣ ਸਿਖਰ ਦੇ ਕਰੀਬ ਹੋਣ ਦੇ ਹੋਰ ਵੱਧ ਜਾਂਦੀ ਹੈ। ਸਮਤਲ ਰਾਹ 'ਤੇ ਕੋਈ ਭਟਕ ਵੀ ਜਾਵੇ ਤਾਂ ਕੀ ਹਰਜ ਹੋਵੇਗਾ, ਲੇਕਿਨ ਪਹਾੜਾਂ ਦੀਆਂ ਉਚਾਈਆਂ 'ਤੇ ਜਦ ਕੋਈ ਭਟਕ ਜਾਂਦਾ ਹੈ ਤਾਂ ਜ਼ਿੰਦਗੀ ਖਤਰੇ ਵਿੱਚ ਹੁੰਦੀ ਹੈ। ਉੱਥੇ ਇੱਕ ਇੱਕ ਕਦਮ ਮੌਤ ਹੋ ਜਾਂਦੀ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਇਹ ਸੂਤਰ ਦਾ ਆਰੰਭ ਹੈ। ਇਹ ਰਾਹ ਦੀਆਂ ਕਠਿਨਾਈਆਂ ਹੋਰ ਵੀ ਹਨ। ਇੱਕ ਤਾਂ ਇਕੱਲੇ ਦੀ ਯਾਤਰਾ ਇਹ, ਜਿੱਥੇ ਕੋਈ ਸੰਗੀ ਸਾਥੀ ਨਹੀਂ, ਕੋਈ ਦੁਨੀਆ ਨਹੀਂ। ਆਪਣੇ ਹੀ ਹੌਸਲੇ, ਆਪਣੇ ਹੀ ਬਲ, ਆਪਣੀ ਸ਼ਰਧਾ ਦਾ ਸਹਾਰਾ ਹੁੰਦਾ ਹੈ। ਫਿਰ ਇਸ ਰਾਹ 'ਤੇ ਬਣੇ ਬਣਾਏ ਪੱਥ ਵੀ ਨਹੀਂ ਮਿਲਦੇ। ਚੱਲਣ ਨਾਲ ਹੀ ਰਾਹ ਬਣਦੇ ਨੇ। ਚੱਲਣ ਤੋਂ ਪਹਿਲਾਂ ਕੋਈ ਰਾਹ ਨਹੀਂ ਹੈ ਜਿਸ 'ਤੇ ਵੀ ਤੁਰੇ ਜਾਵੋ। ਅਧਿਆਤਮਕ ਦੀ ਯਾਤਰਾ ਅਸਮਾਨ ਵਿੱਚ ਉੜਦੇ ਹੋਏ ਪੰਛੀਆਂ ਦੇ ਵਾਂਗ ਹੈ। ਪੰਛੀਆਂ ਦੇ ਪੈਰਾਂ ਦੇ ਕੋਈ ਨਿਸ਼ਾਨ ਨਹੀਂ ਬਣਦੇ। ਪਿੱਛੇ ਆਉਣ ਵਾਲੇ ਪੰਛੀ ਉਹਨਾਂ ਪੈਰਾਂ ਦੇ ਨਿਸ਼ਾਨਾਂ ਨੂੰ ਪਕੜ ਕੇ ਯਾਤਰਾ ਨਹੀਂ ਕਰ ਸਕਦੇ। ਪੰਛੀ ਉੜਦੇ ਹਨ ਅਸਮਾਨ ਵਿੱਚ, ਲੇਕਿਨ ਪਿੱਛੇ ਦਾ ਪੰਧ ਵੀ ਉਹਨਾਂ ਦੇ ਉੱਡਣ ਦੇ ਨਾਲ ਹੀ ਖੋ ਜਾਂਦਾ ਹੈ। ਅਧਿਆਤਮਕ ਜ਼ਮੀਨ 'ਤੇ ਚੱਲਣ ਵਾਲਾ ਯਾਤਰੀ ਨਹੀਂ ਹੈ। ਨਿਸ਼ਚਿਤ ਹੀ ਜਿੰਨੇ ਅਸੀਂ ਉੱਪਰ ਜਾਂਦੇ ਹਾਂ ਓਨੀ ਹੀ ਯਾਤਰਾ ਆਕਾਸ਼ੀ ਹੋ ਜਾਂਦੀ ਹੈ। ਜ਼ਮੀਨ ਉੱਤੇ ਤਾਂ ਪੈੜਾਂ ਬਣ ਜਾਂਦੀਆਂ, ਮਿੱਟੀ ਉਹਨਾਂ ਪੈੜਾਂ ਨੂੰ ਸੰਭਾਲ ਲੈਂਦੀ ਹੈ। ਅਸੀਂ ਉਹਨਾਂ ਦੇ ਮਗਰ ਲੱਗ ਸਕਦੇ ਹਾਂ। ਜਿਹੜੇ ਪਹਿਲਾਂ ਗਏ ਹਨ ਉਹਨਾਂ ਦੀ ਲਕੀਰ ਉੱਤੇ ਜਾਣ ਦਾ ਉਪਾਅ ਹੈ ਜ਼ਮੀਨ ਦੀ ਯਾਤਰਾ ਵਿੱਚ। ਅਸਮਾਨ ਦੀ ਯਾਤਰਾ ਵਿੱਚ ਉਹਨਾਂ ਦੇ ਰਾਹ 'ਤੇ ਚੱਲਣ ਦਾ ਕੋਈ ਉਪਾਅ ਨਹੀਂ, ਕਿਉਂਕਿ ਰਾਹ ਛੁੱਟ ਨਹੀਂ ਜਾਂਦੇ, ਕੋਈ ਪੈੜਾਂ ਨਹੀਂ ਹੁੰਦੀਆਂ। ਅਸਮਾਨ ਤੋਂ ਵੀ ਜ਼ਿਆਦਾ ਸ਼ੂਨਯ ਹੈ, ਜ਼ੀਰੋ ਹੈ ਅਧਿਆਤਮਕ। ਉੱਥੇ ਤਾਂ ਕੋਈ ਨਿਸ਼ਾਨ ਨਹੀਂ ਛੁੱਟਦਾ। ਉੱਥੇ ਰਾਹ ਦੇ ਕੰਢੇ ਲੱਗੇ ਹੋਏ ਮੀਲ ਪੱਥਰ ਵੀ ਨਹੀਂ ਹਨ ਜਿਹੜੇ ਖਬਰਾਂ ਦੇ ਦੇਣ। ਉੱਥੇ ਤਾਂ ਚੱਲਣ 'ਤੇ ਰਾਹ ਬਣਦਾ ਹੈ, ਨਾਲ ਨਾਲ ਹੀ ਹੁੰਦਾ ਹੈ ਰਾਹ। ਉੱਥੇ ਤਾਂ ਜਿੰਨਾ ਅਸੀਂ ਚੱਲਦੇ ਹਾਂ ਓਨਾ ਰਾਹ ਬਣਦਾ ਹੈ। ਇਸ ਲਈ ਬਹੁਤ ਕਠਿਨਾਈ ਹੈ। ਨਾ ਕੋਈ ਨਕਸ਼ਾ ਹੁੰਦਾ ਹੱਥ ਵਿੱਚ, ਕਿਉਂਕਿ ਵਿਰਾਟ ਦਾ ਕੀ ਨਕਸ਼ਾ ਹੋ ਸਕਦਾ ਹੈ। ਛੋਟੀ ਚੀਜ਼ ਦੇ ਨਕਸ਼ੇ ਹੋ ਸਕਦੇ ਹੈ, ਵਿਰਾਟ ਦਾ ਕੋਈ ਨਕਸ਼ਾ ਨਹੀਂ ਹੁੰਦਾ ਜਿਸ ਨੂੰ ਲੈ ਕੇ ਅਸੀਂ ਜਾਈਏ, ਨਕਸ਼ੇ ਨਾਲ ਤਾਲਮੇਲ ਬਿਠਾਉਂਦੇ ਰਹੀਏ ਕਿ ਰਾਹ ਠੀਕ ਹੈ ਜਾਂ ਨਹੀਂ। ਨਕਸ਼ੇ ਤੋਂ ਰਾਹਤ ਯਾਤਰਾ ਹੈ। ਕੋਈ ਪੁੱਜਣ ਸਥਾਨ ਨੂੰ ਦੱਸਣ ਵਾਲਾ, ਦਿਸ਼ਾਵਾਂ ਦੀ ਸੂਚੀ ਦੇਣ ਵਾਲਾ ਇੰਤਜ਼ਾਮ ਵੀ ਨਹੀਂ ਹੈ। ਕੋਈ ਯੰਤਰ ਵੀ ਨਹੀਂ ਹੈ ਜਿਸ ਤੋਂ ਪਤਾ ਲੱਗ ਸਕੇ ਅਸੀਂ ਪੂਰਬ ਵੱਲ ਜਾ ਰਹੇ ਹਾਂ ਜਾਂ ਦੱਖਣ ਵੱਲ ਜਾਂ ਪੱਛਮ ਵੱਲ। ਅਧਿਆਤਮਕ 11ਵੀਂ ਦਿਸ਼ਾ ਹੈ। 10 ਦਿਸ਼ਾ ਨੂੰ ਨਾਪਣ ਦੇ ਉਪਾਅ ਹਨ। 8 ਦਿਸ਼ਾਵਾਂ ਦਾ ਸਾਨੂੰ ਪਤਾ ਹੈ।
ਇੱਕ ਹੇਠਾਂ ਜਾਣ ਵਾਲੀ, ਇੱਕ ਉੱਪਰ ਜਾਣ ਵਾਲੀ 2 ਦਿਸ਼ਾਵਾਂ ਅਸੀਂ ਹੋਰ ਜੋੜ ਲਈਆਂ ਜੋ 10 ਦਿਸ਼ਾਵਾਂ ਹੋ ਜਾਂਦੀਆਂ ਨੇ। ਅਧਿਆਤਮਕ 11ਵੀਂ ਦਿਸ਼ਾ ਹੈ। ਨਾ ਤਾਂ ਪੂਰਬ ਵੱਲ ਜਾਂਦੀ ਹੈ, ਨਾ ਪੱਛਮ ਵੱਲ, ਨਾ ਦੱਖਣ ਵੱਲ, ਨਾ ਉੱਤਰ ਵੱਲ, ਨਾ ਇਹਨਾਂ ਦੇ ਵਿਚਕਾਰਲੀਆਂ ਦਿਸ਼ਾਵਾਂ ਵਿੱਚ, ਨਾ ਉੱਪਰ ਅਤੇ ਨਾ ਹੇਠਾਂ। ਅਧਿਆਤਮ ਜਾਂਦਾ ਹੈ ਅੰਦਰ। ਭੂਗੋਲ ਵਿੱਚ ਅੰਦਰ ਦੀ ਕੋਈ ਦਿਸ਼ਾ ਨਹੀਂ ਹੈ। ਇਹ ਜੋ ਅੰਦਰ ਦੀ ਦਿਸ਼ਾ ਹੈ, ਇਸ ਨੂੰ ਦੱਸਣ ਵਾਲਾ ਕੋਈ ਯੰਤਰ ਨਹੀਂ ਹੈ। ਇਸ ਅੰਦਰ ਦੀ ਦਿਸ਼ਾ ਵਿੱਚ ਸਿਰਫ 0 ਹੈ, ਸ਼ੂਨਯ ਹੈ। ਉੱਥੇ ਫਿਰ ਨਾ ਪੂਰਬ ਹੈ, ਨਾ ਉੱਤਰ ਹੈ, ਨਾ ਦੱਖਣ ਹੈ, ਨਾ ਉੱਪਰ ਹੈ, ਨਾ ਹੇਠ ਹੈ। ਇਸ ਲਈ ਕੋਈ ਪਤਾ ਨਹੀਂ ਲੱਗਦਾ, ਕੋਈ ਦਿਸ਼ਾ ਸੂਚਕ ਯੰਤਰ ਨਹੀਂ ਕਿ ਅਸੀਂ ਕਿੱਥੇ ਜਾ ਰਹੇ ਹਾਂ। ਜਿੱਥੇ ਅਸੀਂ ਜਾ ਰਹੇ ਹਾਂ, ਇੱਕ ਇੱਕ ਇੰਚ ਜਿੱਥੇ ਅਸੀਂ ਮਿਹਨਤ ਨਾਲ ਸਰਕ ਰਹੇ ਹਾਂ, ਇੰਨੀ ਮਿਹਨਤ, ਇੰਨਾ ਹੌਸਲਾ, ਸ਼ਕਤੀ ਲਾ ਰਹੇ ਹਾਂ, ਉਹ ਕਿੱਥੇ ਹੈ, ਕਿਸ ਦਿਸ਼ਾ ਵਿੱਚ ਹੈ। ਸਾਡੇ ਕਦਮ ਸਹੀ ਪੈ ਰਹੇ ਹਨ ਜਾਂ ਗਲਤ ਪੈ ਰਹੇ ਹਨ। ਇਹ ਸਾਰੀਆਂ ਜਟਲਤਾਵਾਂ ਹਨ। ਇਹਨਾਂ ਜਟਲਤਾਵਾਂ ਨੂੰ ਧਿਆਨ ਵਿੱਚ ਰੱਖ ਕੇ ਇਸ ਸੂਤਰ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਦਾਨ। ਪ੍ਰੇਮ ਅਤੇ ਕਰੁਣਾ ਦੀ ਕੁੰਜੀ ਪਾ ਕੇ ਤੂੰ ਦਾਨ ਦੇ ਦੁਆਰ 'ਤੇ ਸੁਰੱਖਿਅਤ ਖੜ੍ਹਾ ਹੋਵੇਂਗਾ। ਇਹੀ ਰਾਹ ਦਾ ਪ੍ਰਵੇਸ਼ ਹੈ। ਦਾਨ ਪਹਿਲੀ ਕੁੰਜੀ ਹੈ। ਪਹਿਲੀ ਕੁੰਜੀ ਅਧਿਆਤਮਕ ਦੇ ਖੋਜਣ ਦੀ ਦ੍ਰਿਸ਼ਟੀ ਵਜੋਂ ਸਭ ਤੋਂ ਸਰਲ ਹੈ, ਸੰਸਾਰਿਕ ਲੋਕਾਂ ਦੀ ਦ੍ਰਿਸ਼ਟੀ ਤੋਂ ਬਹੁਤ ਕਠਿਨ ਹੈ, ਕਿਉਂਕਿ ਕਠਿਨਾਈ ਅਤੇ ਸਰਲਤਾ ਦਾ ਦੁਨੀਆ ਦੀ ਗੱਲ ਹੈ। ਸੰਸਾਰ ਦਾ ਸਾਰਾ ਨਿਯਮ ਦਾਨ ਦੇ ਉਲਟ ਹੈ। ਸੰਸਾਰ ਦਾ ਸਾਰਾ ਇੰਤਜ਼ਾਮ ਖੋ ਖੁਆਈ ਦਾ ਹੈ, ਦਾਨ ਦਾ ਨਹੀਂ। ਦਾਨ ਅਨਸੰਸਾਰਿਕ ਗੱਲ ਹੈ, ਦੇਣਾ ਸੰਸਾਰ ਦਾ ਹਿੱਸਾ ਨਹੀਂ ਹੈ। ਇਸ ਲਈ ਦਾਨ ਨੂੰ ਦੁਆਰ ਕਿਹਾ ਹੈ, ਰਾਹ ਦਾ ਪ੍ਰਵੇਸ਼ ਦੁਆਰ, ਕਿਉਂਕਿ ਦਾਨ ਦੇ ਨਾਲ ਹੀ ਤੁਹਾਡੇ ਅੰਦਰ ਉਹ ਸੰਸਾਰ ਨਹੀਂ ਹੈ, ਉਸ ਦਾ ਪ੍ਰਵੇਸ਼ ਹੋ ਜਾਂਦਾ ਹੈ। ਦਾਨ ਦੇ ਨਾਲ ਹੀ ਤੁਸੀਂ ਕੁਝ ਕਰ ਰਹੇ ਹੋ ਜੋ ਸੰਸਾਰ ਦਾ ਹਿੱਸਾ ਨਹੀਂ ਹੈ। ਤੁਸੀਂ ਸੰਸਾਰ ਦੇ ਬਾਹਰ ਹੋ ਰਹੇ ਹੋ। ਇਸ ਲਈ ਦਾਨ ਨੂੰ ਦੁਆਰ ਕਿਹਾ ਹੈ। ਸੋ ਦਾਨ ਦੀ ਗੱਲ ਨੂੰ ਠੀਕ ਤਰ੍ਹਾਂ ਸਮਝ ਲਵੋ ਤਾਂ ਬਹੁਤ ਸਾਰੀਆਂ ਗੱਲਾਂ ਸਾਫ਼ ਹੋ ਜਾਣਗੀਆਂ। ਸੰਸਾਰ ਵਿੱਚ ਅਸੀਂ ਰਹਿੰਦੇ ਹਾਂ ਕੁਝ ਲੈਣ ਲਈ। ਦੇਣਾ ਸੰਸਾਰ ਦੀ ਭਾਸ਼ਾ ਨਹੀਂ, ਦਿੰਦੇ ਹਾਂ ਅਸੀਂ ਉਹ ਵੀ ਲੈਣ ਦੀ ਖਾਤਰ। ਨਿਸ਼ਾਨਾ ਉਹ ਕਦੇ ਨਹੀਂ ਹੁੰਦਾ। ਕਦੇ ਸਾਧਨ ਯੋਗ ਦੀ ਤਰ੍ਹਾਂ ਅਸੀਂ ਉਸ ਦਾ ਉਪਯੋਗ ਨਹੀਂ ਕਰਦੇ। ਸਾਧਨ ਦੀ ਤਰ੍ਹਾਂ ਜੇ ਅਸੀਂ ਕਿਸੇ ਨੂੰ ਪ੍ਰੇਮ ਵੀ ਦਿੰਦੇ ਹਾਂ ਤਾਂ ਪ੍ਰੇਮ ਪਾਉਣ ਦੀ ਖਾਤਰ ਦਿੰਦੇ ਹਾਂ। ਜੇ ਕਿਸੇ ਨਾਲ ਅਸੀਂ ਮਿੱਤਰਤਾ ਵੀ ਬਣਾਉਂਦੇ ਹਾਂ ਤਾਂ ਮਿੱਤਰਤਾ ਦਿੰਦੇ ਹਾਂ। ਉਹ ਵੀ ਸਾਡਾ ਮਿੱਤਰ ਮਿੱਤਰਤਾ ਪਾਉਣ ਖਾਤਰ ਹੁੰਦਾ ਹੈ। ਉਹ ਜੋ ਪਾਉਣਾ ਹੈ ਉਹ ਪਹਿਲਾਂ ਹੁੰਦਾ ਹੈ ਸਾਡੇ ਮਨ ਵਿੱਚ, ਦੇਣਾ ਉਸ ਦੇ ਪਿੱਛੇ ਚਲਾ ਜਾਂਦਾ ਹੈ। ਅਸੀਂ ਦੇਣ ਵਿੱਚ ਵੀ ਹਿਸਾਬ ਕਿਤਾਬ ਰੱਖਦੇ ਹਾਂ, ਭਾਵੇਂ ਚੇਤਨ ਭਾਵੇਂ ਅਚੇਤਨ, ਜਾਣ ਕੇ ਜਾਂ ਅਣਜਾਣੇ 'ਚ। ਜਿੰਨਾ ਅਸੀਂ ਦੇ ਦਈਏ ਉਸ ਤੋਂ ਜ਼ਿਆਦਾ ਸਾਨੂੰ ਮਿਲ ਜਾਵੇ, ਨਹੀਂ ਤਾਂ ਸੌਦਾ ਘਾਟੇ ਦਾ ਹੋ ਜਾਂਦਾ ਹੈ। ਤਾਂ ਜਿੰਨਾ ਅਸੀਂ ਦਿੰਦੇ ਹਾਂ ਉਸ ਤੋਂ ਵੱਧ ਦਿਖਾਉਂਦੇ ਹਾਂ, ਜਿੰਨਾ ਅਸੀਂ ਲੈਂਦੇ ਹਾਂ ਉਸ ਤੋਂ ਘੱਟ ਦਿਖਾਉਂਦੇ ਹਾਂ। ਦੁਕਾਨਦਾਰ ਦੀ ਇਹੀ ਭਾਸ਼ਾ ਹੋਵੇਗੀ। ਸੁਣਿਆ ਹੈ ਮੈਂ ਇੱਕ ਯਹੂਦੀ ਫਕੀਰ ਨੂੰ, ਇੱਕ ਅਜਨਬੀ ਨਗਰ ਵਿੱਚ ਇੱਕ ਯਹੂਦੀ ਦੁਕਾਨਦਾਰ ਦੇ ਕੋਲ ਗਿਆ। ਯਹੂਦੀ ਇਸ ਲਈ ਕਿ ਯਹੂਦੀ ਤੋਂ ਵਧੀਆ ਦੁਕਾਨਦਾਰ ਦੂਜਾ ਨਹੀਂ ਹੁੰਦਾ। ਇੱਧਰ ਹਿੰਦੁਸਤਾਨ ਵਿੱਚ ਜੈਨੀ ਹੁੰਦੇ ਹਨ, ਉਹ ਯਹੂਦੀ ਨੂੰ ਢੁਕਦੇ ਨਹੀਂ ਹਨ। ਫਕੀਰ ਨੇ ਯਹੂਦੀ ਦੀ ਦੁਕਾਨ ਦੇਖ ਕੇ ਬੜੀ ਪ੍ਰਸੰਨਤਾ ਜ਼ਾਹਰ ਕੀਤੀ ਕਿ ਚਲੋ, ਆਪਣੇ ਧਰਮ ਦਾ, ਆਪਣੀ ਜਾਤ ਦਾ, ਆਪਣੇ ਦੇਸ਼ ਦਾ ਆਦਮੀ ਮਿਲ ਗਿਆ, ਇਹ ਲੁੱਟੇਗਾ ਨਹੀਂ। ਪਰ ਫਕੀਰ ਨੂੰ ਪਤਾ ਨਹੀਂ ਕਿ ਲੋਕ ਆਪਣਾ ਵੀ ਇਸ ਲਈ ਬਣਾਉਂਦੇ ਹਨ ਤਾਂ ਜੋ ਆਸਾਨੀ ਨਾਲ ਲੁੱਟ ਸਕਣ। ਆਪਣਾ ਬਣਾਉਣ ਦਾ ਹੋਰ ਫਾਇਦਾ ਵੀ ਕੀ ਹੈ? ਦੁਕਾਨਦਾਰ ਨੇ ਦੇਖ ਕੇ ਕਿਹਾ ਕਿ ਧੰਨ ਭਾਗ, ਮੇਰੇ ਹੀ ਦੇਸ਼, ਮੇਰੇ ਹੀ ਜਾਤ, ਮੇਰੇ ਹੀ ਧਰਮ ਦਾ ਹੈ, ਕੀ ਲੈਣ ਦਾ ਇਰਾਦਾ ਹੈ? ਕੋਈ ਚੀਜ਼ ਫਕੀਰ ਨੇ ਖਰੀਦਣੀ ਚਾਹੀ ਤਾਂ ਦੁਕਾਨਦਾਰ ਨੇ ਕਿਹਾ, ਜਦ ਆਪਣਾ ਹੀ ਹੈ ਤਾਂ 100 ਰੁਪਏ ਦੀ ਚੀਜ਼ ਹੈ, 100 ਰੁਪਏ ਤੇ ਇੱਥੋਂ ਨਹੀਂ ਲਵਾਂਗੇ, 90 ਹੀ ਲਵਾਂਗੇ। ਫਿਰ ਤੂੰ ਫਕੀਰ ਹੈ, 90 ਨਹੀਂ ਲੈਣੇ, 80 ਦੇ ਦਿਓ। ਉਸ ਫਕੀਰ ਨੇ ਕਿਹਾ, ਜੇ ਤੂੰ ਯਹੂਦੀ ਨਾ ਹੁੰਦਾ ਤਾਂ ਇਸ ਚੀਜ਼ ਦੇ ਮੈਂ 50 ਰੁਪਏ ਦਿੰਦਾ,
ਤੂੰ ਯਹੂਦੀ ਹੈ, ਮੈਂ 50 ਨਹੀਂ ਦਿਆਂਗਾ, 40 ਦਿਆਂਗਾ। ਇੰਨਾ ਪ੍ਰੇਮ ਪੂਰਨ ਹੈ ਮੇਰੇ ਪ੍ਰਤੀ, 40 ਵੀ ਮੈਂ ਦੇਣ ਵਾਲਾ ਨਹੀਂ, ਮੈਂ 30 ਦੇ ਦਿਆਂਗਾ। ਮੁੱਲ ਭਾਅ ਮੈਂ ਨਹੀਂ ਕਰਦਾ। ਇਸ ਲਈ ਸਾਡੀ ਸਭ ਦੀ ਭਾਸ਼ਾ ਹੈ ਇਹ ਇਸ ਤਰ੍ਹਾਂ ਦੀ। ਜਾਣੇ ਅਣਜਾਣੇ ਵਿੱਚ ਅਸੀਂ ਇੱਕ ਦੂਜੇ ਤੋਂ ਲੈਣ, ਖੋਹਣ, ਝਪਟਣ ਦੀ ਕੋਸ਼ਿਸ਼ ਕਰਨ ਵਿੱਚ ਲੱਗੇ ਹੋਏ ਹਾਂ। ਅਸੀਂ ਉਸੇ ਨੂੰ ਹਥਿਆਰ ਕਹਿੰਦੇ ਹਾਂ। ਅਸੀਂ ਆਪਣੇ ਆਪ ਨੂੰ ਹੁਸ਼ਿਆਰ ਕਹਿੰਦੇ ਹਾਂ। ਜਿਹੜਾ ਵੱਧ ਝਪਟ ਲਵੇ, ਜ਼ਿਆਦਾ ਖੋਹ ਲਵੇ, ਉਸ ਨੂੰ ਅਸੀਂ ਨਾ ਸਮਝ ਕਹਿੰਦੇ ਹਾਂ, ਜਿਹੜਾ ਇਸ ਵਿੱਚ ਗੁਆ ਬੈਠੇ। ਇਹ ਸਾਰਾ ਸੰਸਾਰ ਖੋਹਾ ਖੁਆਈ ਹੈ। ਇੱਥੇ ਹਰ ਆਦਮੀ ਦਾ ਹੱਥ ਦੂਜੇ ਆਦਮੀ ਦੇ ਖੀਸੇ ਵਿੱਚ ਹੁੰਦਾ ਹੈ। ਜਿਹੜਾ ਬਹੁਤ ਕੁਸ਼ਲ ਹੈ, ਉਹ ਦ੍ਰਿਸ਼ਟ ਹੱਥਾਂ ਨਾਲ ਖਿੱਚ ਕੇ ਚੀਜ਼ਾਂ ਕੱਢਦੇ ਹਨ। ਜਿਹੜਾ ਅਣਕੁਸ਼ਲ ਹਨ, ਨਾ ਸਮਝ ਹਨ, ਉਹ ਸਿੱਧੇ ਸਿੱਧੇ ਹੱਥ ਪਾ ਕੇ ਫਸ ਜਾਂਦੇ ਹਨ। ਪਰ ਦ੍ਰਿਸ਼ਟੀ ਖਿੱਚਣ ਉੱਤੇ ਹੈ। ਲੁੱਟ ਘਸੁੱਟ ਸੰਸਾਰ ਦਾ ਢੰਗ ਹੈ। ਦਾਨ ਨਾਲ ਕੀ ਸੰਬੰਧ ਹੈ ਸੰਸਾਰ ਦਾ? ਇਸ ਲਈ ਮਹਾਂਵੀਰ ਨੇ, ਬੁੱਧ ਨੇ, ਵੇਦਾਂ ਨੇ, ਉਪਨਿਸ਼ਦਾਂ ਨੇ ਦਾਨ ਦੀ ਇੰਨੀ ਮਹਿਮਾ ਗਾਈ ਹੈ। ਉਸ ਦਾਨ ਦੀ ਮਹਿਮਾ ਦਾ ਅਰਥ ਸਮਝ ਲੈਣਾ ਜ਼ਰੂਰੀ ਹੈ। ਉਸ ਦਾ ਅਰਥ ਇਹ ਹੈ ਕਿ ਦਾਨ ਇਸ ਸੰਸਾਰ ਦੀ ਵਿਵਸਥਾ ਦੇ ਉਲਟ ਹੈ। ਦਾਨ ਨੂੰ ਮਹਾਧਰਮ ਕਿਹਾ ਹੈ। ਉਸ ਦਾ ਕਾਰਨ ਇੰਨਾ ਹੈ ਕਿ ਦੇਣ ਦਾ ਭਾਵ ਹੀ ਬੜੀ ਅਸੰਭਵ ਗੱਲ ਹੈ। ਅਸੀਂ ਵੇਦਾਂ ਤੋਂ ਜ਼ਿਆਦਾ ਕੁਸ਼ਲ ਹਾਂ। ਕ੍ਰਿਸ਼ਨ ਬੁੱਧ ਨੂੰ ਅਸੀਂ ਧੋਖਾ ਦੇ ਸਕਦੇ ਹਾਂ। ਅਸੀਂ ਦਾਨ ਨੂੰ ਵੀ ਤਰਕੀਬ ਬਣਾ ਲਿਆ ਹੈ ਕੁਝ ਹੋਰ ਪਾਉਣ ਦੀ, ਕਿ ਕੁਝ ਦਿੱਤਾ ਅਸੀਂ ਅਤੇ ਸਾਨੂੰ ਮਿਲੇ। ਅਸੀਂ ਕਿਹਾ ਕਿ ਠੀਕ ਹੈ, ਲੇਕਿਨ ਦਾਨ ਕਿਸ ਲਈ? ਦਾਨ ਕਿਉਂ? ਦਾਨ ਇਸ ਲਈ ਕਿ ਸਵਰਗ ਵਿੱਚ ਸਾਨੂੰ ਮੁਆਵਜ਼ਾ ਮਿਲ ਸਕੇ। ਦਾਨ ਇਸ ਲਈ ਕਿ ਪੁੰਨ ਸਾਡਾ ਕਮਾਇਆ ਜਾਵੇ। ਇਸ ਸਰੀਰ ਦੇ ਛੁੱਟਣ ਤੋਂ ਬਾਅਦ ਅਸੀਂ ਪਰਮਾਤਮਾ ਦੇ ਸਾਹਮਣੇ ਖੜ੍ਹੇ ਹੋ ਕੇ ਕਹਿ ਸਕੀਏ ਕਿ ਮੈਂ ਇੰਨਾ ਦਾਨ ਦਿੱਤਾ ਹੈ। ਉਸ ਦਾ ਪਰਤਮਾ ਜਵਾਬ ਚਾਹੀਦਾ ਹੈ। ਦਾਨ ਨੂੰ ਵੀ ਅਸੀਂ ਸੰਸਾਰ ਦੀ ਭਾਸ਼ਾ ਦਾ ਹਿੱਸਾ ਬਣਾ ਲਿਆ ਹੈ। ਤਦ ਅਸੀਂ ਦਾਨ ਵੀ ਕਰਦੇ ਹਾਂ, ਉਹ ਦਾਨ ਨਹੀਂ ਹੁੰਦਾ। ਦਾਨ ਦਾ ਮਤਲਬ ਹੈ ਜਿੱਥੇ ਲੈਣਾ ਨਿਸ਼ਾਨਾ ਨਾ ਹੋਵੇ, ਜਿੱਥੇ ਦੇਣਾ ਹੀ ਨਿਸ਼ਾਨਾ ਹੋਵੇ, ਜਿੱਥੇ ਪਾਉਣ ਦੀ ਕੋਈ ਆਸ ਨਾ ਹੋਵੇ, ਉਮੀਦ ਨਾ ਹੋਵੇ, ਜਿੱਥੇ ਪਾਉਣ ਦੀ ਕੋਈ ਗੱਲ ਹੀ ਨਾ ਹੋਵੇ, ਜਿੱਥੇ ਦੇਣਾ ਹੀ ਅੰਤ ਹੋਵੇ, ਮੰਜ਼ਿਲ ਹੋਵੇ, ਜਿੱਥੇ ਦੇਣ ਵਿੱਚ ਹੀ ਖੁਸ਼ੀ ਹੋਵੇ, ਜਿੱਥੇ ਅਸੀਂ ਧੰਨਵਾਦੀ ਮਹਿਸੂਸ ਕਰੀਏ ਕਿਸੇ ਦੇ ਪ੍ਰਤੀ ਕਿ ਉਸਨੇ ਸਵੀਕਾਰ ਕਰ ਲਿਆ ਸਾਡਾ ਦਾਨ, ਸਾਨੂੰ ਦੇਣ ਦਾ ਮੌਕਾ ਦਿੱਤਾ ਉਸਨੇ, ਉੱਥੇ ਦਾਨ ਹੈ। ਜੇਕਰ ਦਾਨ ਦੇ ਕੇ ਇੰਨਾ ਵੀ ਹੁੰਦਾ ਹੋਵੇ ਸਾਨੂੰ ਕੋਈ ਧੰਨਵਾਦ ਦੇਵੇ ਤਾਂ ਗੱਲ ਖਰਾਬ ਹੋ ਗਈ, ਕਿਉਂਕਿ ਧੰਨਵਾਦ ਦਾ ਕਾਫੀ ਸੌਦਾ ਹੋ ਗਿਆ। ਜਿਨ੍ਹਾਂ ਦੇ ਕੋਲ ਕਾਫੀ ਹੈ ਉਹ ਧੰਨਵਾਦ ਪਾ ਕੇ ਵੀ ਵਾਹਵਾ ਆਨੰਦਿਤ ਹੁੰਦੇ ਨੇ। ਜਿਨ੍ਹਾਂ ਦੇ ਕੋਲ ਦੇਣ ਦੀ ਸਹੂਲਤ ਹੈ ਉਹ ਲੋਕਾਂ ਨੂੰ ਧੰਨਵਾਦੀ ਬਣਾ ਲੈਣਗੇ ਕਿ ਲੋਕ ਧੰਨਵਾਦ ਮਹਿਸੂਸ ਕਰਨ, ਉਹਨਾਂ ਦੇ ਪ੍ਰਤੀ ਕਾਫੀ ਰਸ ਲੈਂਦੇ ਹੈ। ਇਸ ਨਾਲ ਵੀ ਹੰਕਾਰ ਦੀ ਬੜੀ ਤ੍ਰਿਪਤੀ ਹੁੰਦੀ ਹੈ। ਇਸ ਲਈ ਇਸ ਮੁਲਕ ਵਿੱਚ ਇੱਕ ਅਨੋਖੀ ਗੱਲ ਕੱਢੀ ਸੀ। ਲੇਕਿਨ ਸਭ ਚੀਜ਼ਾਂ ਖਰਾਬ ਹੋ ਜਾਂਦੀਆਂ ਹਨ, ਕਿਉਂਕਿ ਆਦਮੀ ਜਿਹੋ ਜਿਹਾ ਹੈ ਉਸ ਦੇ ਹੱਥ ਵਿੱਚ ਕੁਝ ਵੀ ਦੇ ਦਿਓ ਸਭ ਵਿਗਾੜ ਲੈਂਦਾ ਹੈ। ਅਸੀਂ ਜਿਸ ਨੂੰ ਦਾਨ ਦਿੰਦੇ ਹਾਂ ਉਸ ਨੂੰ ਫਿਰ ਅਸੀਂ ਦੱਖਣਾ ਵੀ ਦਿੰਦੇ ਹਾਂ। ਉਹ ਬੜੇ ਮਜ਼ੇ ਦੀ ਗੱਲ ਹੈ। ਦੱਖਣਾ ਦਾ ਮਤਲਬ ਹੈ ਧੰਨਵਾਦ, ਕਿ ਤੂੰ ਦਾਨ ਸਵੀਕਾਰ ਕਰ ਲਿਆ। ਜਿਸ ਨੂੰ ਦਾਨ ਦਿੱਤਾ ਹੈ ਉਸ ਨੂੰ ਦੱਖਣਾ ਦਿੱਤੀ ਕਿ ਤੇਰਾ ਧੰਨਵਾਦ, ਤੂੰ ਸਾਡਾ ਦਾਨ ਸਵੀਕਾਰ ਕੀਤਾ ਹੈ। ਕਿੱਥੇ ਮਿਲਦਾ ਹੈ ਆਦਮੀ ਜੋ ਦਾਨ ਸਵੀਕਾਰ ਕਰਦਾ ਹੈ? ਅਸੀਂ ਦੇਣਾ ਚਾਹੁੰਦੇ ਹਾਂ, ਦੇ ਕੇ ਆਨੰਦਿਤ ਹੋਣਾ ਚਾਹੁੰਦੇ ਹਾਂ। ਤੂੰ ਸਵੀਕਾਰ ਕਰ ਲਿਆ ਉਸ ਦੀ ਦੱਖਣਾ, ਉਸ ਦਾ ਅਸੀਂ ਧੰਨਵਾਦ ਵੀ ਦਿੰਦੇ ਹਾਂ, ਉਹ ਵੀ ਕਬੂਲ ਕਰ ਲੈ। ਦਾਨ ਵਾਲੇ ਦੇ ਮਨ ਵਿੱਚ ਲੈਣ ਦੀ ਤਾਂ ਗੱਲ ਹੀ ਨਾ ਹੋਵੇ, ਇੰਨਾ ਵੀ ਨਾ ਹੋਵੇ ਕਿ ਕੋਈ ਧੰਨਵਾਦ ਕਰੇ ਤਾਂ ਹੀ ਦਾਨ ਹੋ ਪਾਉਂਦਾ ਹੈ। ਲੇਕਿਨ ਉਸ ਦਾ ਤਾਂ ਇਹ ਮਤਲਬ ਹੋਇਆ ਫਿਰ ਦਾਨ ਆਪਣੇ ਆਪ ਵਿੱਚ ਪੂਰਾ ਕਰਮ ਹੈ। ਉਸ ਦਾ ਆਨੰਦ ਉਸ ਵਿੱਚ ਹੀ ਛੁਪਿਆ ਹੈ, ਉਸ ਦੇ ਬਾਹਰ ਨਹੀਂ। ਕੋਈ ਫਲ ਨਹੀਂ ਦਾਨ ਦਾ, ਦਾਨ ਆਪਣਾ ਫਲ ਆਪ ਹੀ ਹੈ। ਜੇਕਰ ਦਾਨ ਦਾ ਕੋਈ ਫਲ ਵੀ ਹੈ ਤਾਂ ਦਾਨ ਨਾ ਰਿਹਾ, ਕਿਉਂਕਿ ਫਲ ਦੀ ਆਸ ਵੱਧ ਜਾਂਦੀ ਹੈ। ਦਾਨ ਵਿੱਚ ਪੁੰਨਤਾ ਹੈ। ਇਹ ਸਿਰਫ ਦੁਆਰ ਹੈ, ਇਹ ਸੰਸਾਰ ਦੇ ਬਾਹਰ ਜਾਣ ਵਾਲਾ ਹੈ।
ਅਧਿਆਤਮਕ ਵਿੱਚ ਪ੍ਰਵੇਸ਼ ਦਾ ਜੋ ਪਹਿਲਾ ਦੁਆਰ ਹੈ ਉਹ ਦਾਨ ਹੈ। ਦੇਣਾ ਸਿੱਖੋ। ਸਵਾਲ ਇਹ ਨਹੀਂ ਕਿ ਕੀ ਦਿਓ, ਇਹ ਬਹੁਤੀ ਅਹਿਮ ਗੱਲ ਨਹੀਂ ਹੈ। ਸਵਾਲ ਇਹ ਹੈ ਕਿ ਦੇਣ ਦਾ ਭਾਵ ਬਣਿਆ ਰਹੇ। ਜਦ ਦਿਓ ਤਾਂ ਦੇਣ ਵਿੱਚ ਪ੍ਰਸੰਨ ਹੋਵੋ, ਫਲ ਦੀ ਕੋਈ ਆਸ ਨਾ ਰੱਖੋ। ਕਿਤੇ ਵੀ ਸੂਖਮ ਵਿੱਚ ਵੀ ਇਸ ਆਸ ਨੂੰ ਸੰਘਣੀ ਨਾ ਹੋਣ ਦਿਓ। ਬਲਾਵਸਟਕੀ ਕਹਿੰਦੀ ਹੈ ਕਿ ਇਹ ਦੁਆਰ ਸਭ ਤੋਂ ਸਰਲ ਹੈ ਹੋਰ ਦੁਆਰਾਂ ਦੀ ਬਜਾਏ ਜੋ ਅੱਗੇ ਆਉਣਗੇ। ਇਸ ਲਈ ਤਾਂ ਇਹੀ ਸਭ ਤੋਂ ਵੱਧ ਕਠਿਨ ਹੈ, ਕਿਉਂਕਿ ਉਹ ਜੋ ਅੱਗੇ ਆਉਣ ਵਾਲੇ ਦੁਆਰ ਹਨ ਉਹਨਾਂ ਦਾ ਤਾਂ ਸਾਨੂੰ ਕੋਈ ਪਤਾ ਹੀ ਨਹੀਂ। ਜਿੱਥੇ ਅਸੀਂ ਖੜ੍ਹੇ ਹਾਂ ਜਿਸ ਬਾਜ਼ਾਰ ਵਿੱਚ, ਸਾਨੂੰ ਉਸ ਦਾ ਪਤਾ ਹੈ। ਦਾਨ ਦਾ ਦੁਆਰ ਸਰਲ ਨਹੀਂ ਪ੍ਰਤੀਤ ਹੁੰਦਾ, ਅਤੀ ਕਠਿਨ ਜਾਪਦਾ ਹੈ। ਲੇਕਿਨ ਇੱਕ ਗੱਲ ਹੋਰ ਸਮਝੀਏ, ਸ਼ਾਇਦ ਇਸ ਦੀ ਸਰਲਤਾ ਸਮਝ ਵਿੱਚ ਆਉਣ ਲੱਗੀ। ਇਹ ਕ੍ਰਿਸ਼ਮਾ ਹੈ, ਅਸੀਂ ਜਿੰਨਾ ਲੈਣਾ ਚਾਹੁੰਦੇ ਹਾਂ ਓਨਾ ਹੀ ਦੁਖੀ ਹੁੰਦੇ ਹਾਂ। ਜੋ ਲੈਣਾ ਚਾਹੁੰਦੇ ਹਨ ਉਹ ਮਿਲ ਜਾਵੇ ਤਾਂ ਵੀ ਦੁਖੀ ਹੁੰਦੇ ਹਨ। ਅਜਿਹਾ ਨਾ ਸੋਚਣਾ ਕਿ ਸਾਡਾ ਦੁੱਖ ਸਾਡੀਆਂ ਵਾਸ਼ਨਾਵਾਂ ਦੀਆਂ ਅਸਫਲਤਾਵਾਂ ਤੋਂ ਆਉਂਦਾ ਹੈ। ਸਫਲ ਵਾਸ਼ਨਾਵਾਂ ਵੀ ਦੁੱਖ ਲਿਆਉਂਦੀਆਂ ਹਨ, ਕਿਉਂਕਿ ਜਦ ਅਸੀਂ ਚਾਹੁੰਦੇ ਹਾਂ ਉਹ ਮਿਲ ਜਾਂਦਾ ਹੈ, ਤਦ ਤੱਕ ਸਾਡੀ ਉਹੀ ਮੰਗ 1000 ਗੁਣਾ ਹੋ ਜਾਂਦੀ ਹੈ। ਸਾਡੀ ਮੰਗ ਵੱਧਦੀ ਚਲੀ ਜਾਂਦੀ ਹੈ। ਜੇ ਤੁਸੀਂ 10 ਕਰੋੜ ਰੁਪਏ ਚਾਹੁੰਦੇ ਹੋ, ਕਿਸੇ ਦਿਨ ਮਿਲ ਵੀ ਜਾਣ, ਲੇਕਿਨ ਜਿਸ ਦਿਨ ਮਿਲਣਗੇ 10 ਕਰੋੜ, ਉਸ ਦਿਨ ਤੱਕ ਤੁਹਾਡੀ ਮੰਗ 10 ਕਰੋੜ ਤੋਂ 10 ਅਰਬ ਹੋ ਜਾਏਗੀ। ਉਹ ਜਿਹੜਾ ਮੰਗਦਾ ਸੀ ਉਹ ਰੁਕੇਗਾ ਨਹੀਂ, ਉਹ ਵੱਡਾ ਹੋ ਜਾਏਗਾ। ਤੁਹਾਡੇ ਕੋਲ 10 ਰੁਪਏ ਹਨ ਤਾਂ ਤੁਸੀਂ ਦੁਖੀ ਹੋਵੋਗੇ, ਕਿਉਂਕਿ 10,000 ਦੀ ਮੰਗ ਹੁੰਦੀ। ਠੀਕ ਸੀ, ਤੁਹਾਡੇ ਕੋਲ 10,000 ਰੁਪਏ ਹੋਣਗੇ ਤਾਂ ਓਨੇ ਗੁਣਾ ਵੱਧ ਮੰਗ ਹੋ ਜਾਂਦੀ ਹੈ। ਦੁੱਖ ਦਾ ਅਨੁਪਾਤ ਬਰਾਬਰ ਰਹਿੰਦਾ ਹੈ, ਅਨੁਪਾਤ ਵਿੱਚ ਕਦੇ ਫਰਕ ਨਹੀਂ ਪੈਂਦਾ। ਜੇ 10 ਗੁਣਾ ਤੁਹਾਡੀ ਮੰਗ ਹੁੰਦੀ ਤਾਂ 10 ਗੁਣਾ ਹਮੇਸ਼ਾ ਹੁੰਦੀ। ਜਿੰਨਾ ਤੁਹਾਡੇ ਕੋਲ ਹੁੰਦਾ ਹੈ ਉਸ ਤੋਂ 10 ਗੁਣਾ ਤੁਹਾਡੀ ਵਾਸ਼ਨਾ ਵੱਧ ਜਾਂਦੀ ਹੈ। ਫਿਰ ਓਨਾ ਵੀ ਮਿਲ ਜਾਵੇ ਤਾਂ ਤੁਸੀਂ ਉਸ ਤੋਂ 10 ਗੁਣਾ ਵਾਸ਼ਨਾ ਵਧਾ ਲੈਂਦੇ ਹੋ, ਲੇਕਿਨ ਹਮੇਸ਼ਾ ਤੁਸੀਂ ਜੋ ਤੁਹਾਡੇ ਕੋਲ ਹੈ ਉਸ ਤੋਂ 10 ਗੁਣਾ ਵੱਧ ਮੰਗਦੇ ਰਹਿੰਦੇ ਹੋ। ਜੋ ਤੁਸੀਂ ਮੰਗਦੇ ਹੋ ਉਸ ਦੇ ਮੁਕਾਬਲੇ ਤੁਸੀਂ 10 ਗੁਣਾ ਘੱਟ ਗਰੀਬ, ਦੁਖੀ, ਪੀੜਤ, ਹਮੇਸ਼ਾ ਗਰੀਬ, ਹਮੇਸ਼ਾ ਦੀਨ ਬਣੇ ਰਹਿੰਦੇ ਹੋ। ਵੱਡੇ ਤੋਂ ਵੱਡੇ ਸਮਰਾਟ ਵੀ ਦੀਨਹੀਨ ਬਣੇ ਰਹਿੰਦੇ ਹਨ। ਉਹਨਾਂ ਕੋਲ ਧਨ ਜ਼ਿਆਦਾ ਹੈ, ਇੱਕ ਭਿਖਾਰੀ ਦੇ ਕੋਲ ਘੱਟ ਧਨ ਹੈ। ਅਨੁਪਾਤ ਦੋਹਾਂ ਦੀ ਮੰਗ ਦੇ ਕਰੀਬ ਕਰੀਬ ਬਰਾਬਰ ਹੈ। ਅਨੁਪਾਤ ਨਾਲ ਦੁੱਖ ਹੁੰਦਾ ਹੈ, ਪੀੜ ਹੁੰਦੀ ਹੈ। ਮੰਗ ਕੇ ਜ਼ਿੰਦਗੀ ਗੁਜ਼ਾਰ ਕੇ ਵੀ ਮਿਲਦਾ ਕੀ ਹੈ? ਖੂਨ ਚੂਸ ਕੇ ਧਨ ਇਕੱਠਾ ਕਰਕੇ ਕੀ ਮਿਲਦਾ ਹੈ? ਦੀਨਤਾ ਮਿਟਦੀ ਨਹੀਂ, ਕੁਝ ਨਹੀਂ ਮਿਲਿਆ। ਦੇਣ ਨਾਲ ਦੀਨਤਾ ਮਿਟਦੀ ਹੈ, ਮੰਗਣ ਨਾਲ ਦੀਨਤਾ ਵੱਧਦੀ ਹੈ। ਕਦੇ ਕਦੇ ਅਜਿਹਾ ਵੀ ਹੋਇਆ ਹੈ ਕਿ ਅਸੀਂ ਅਜਿਹੇ ਲੋਕ ਵੀ ਦੇਖੇ ਹਨ, ਮਹਾਂਵੀਰ ਵਰਗੇ ਨਗਨ ਆਦਮੀ, ਜਿਨ੍ਹਾਂ ਦੇ ਕੋਲ ਕੁਝ ਵੀ ਨਾ ਰਿਹਾ, ਸਭ ਕੁਝ ਦਾਨ ਕਰ ਦਿੱਤਾ। ਆਖਰੀ ਵਸਤਰ ਬਚਿਆ ਸੀ ਉਹ ਵੀ ਦਾਨ ਕਰ ਦਿੱਤਾ। ਲੇਕਿਨ ਮਹਾਂਵੀਰ ਜਿਹਾ ਸਮਰਾਟ ਲੱਭਣਾ ਮੁਸ਼ਕਿਲ ਹੈ। ਦੀਨਤਾ ਜਰਾ ਵੀ ਨਹੀਂ ਹੈ। ਦੇਣ ਵਾਲੇ ਦੀ ਦੀਨਤਾ ਕਦੇ ਪਕੜਦੀ ਨਹੀਂ। ਦੇਣ ਵਾਲਾ ਨਗਨ ਫਕੀਰ ਵੀ ਹੋ ਜਾਵੇ ਤਾਂ ਵੀ ਮਾਲਕ ਹੁੰਦਾ ਹੈ। ਜਿਹੜੇ ਜਾਣਦੇ ਹਨ ਉਹ ਕਹਿੰਦੇ ਹਨ, ਜਦ ਤੱਕ ਤੁਸੀਂ ਦੇਣ ਵਿੱਚ ਸਮਰੱਥ ਨਹੀਂ ਹੋ, ਜਿਸ ਚੀਜ਼ ਨੂੰ ਤੁਸੀਂ ਦੇਣ ਦੇ ਸਮਰੱਥ ਨਹੀਂ ਹੋ, ਉਸ ਦੇ ਤੁਸੀਂ ਮਾਲਕ ਨਹੀਂ ਹੋ। ਇਹ ਬੜੀ ਉਲਟੀ ਗੱਲ ਹੈ। ਜੇਕਰ ਮੈਂ ਕੋਈ ਚੀਜ਼ ਦੇ ਸਕਦਾ ਤਾਂ ਹੀ ਉਸ ਦਾ ਮਾਲਕ ਹਾਂ, ਜੇ ਨਹੀਂ ਦੇ ਸਕਦਾ ਤਾਂ ਦੇਣ ਵਿੱਚ ਝਿਜਕਦਾ, ਮੈਂ ਉਸ ਦਾ ਗੁਲਾਮ ਹਾਂ। ਕੋਈ ਉਹ ਜੇ ਮੈਥੋਂ ਖੋਹ ਲਵੇ ਤਾਂ ਮੈਂ ਪਰੇਸ਼ਾਨ ਹੋ ਜਾਵਾਂਗਾ, ਤਾਂ ਸਾਫ਼ ਕਿ ਮੇਰੀ ਗੁਲਾਮੀ ਸੀ। ਜਿਸ ਦਿਨ ਅਸੀਂ ਕੋਈ ਚੀਜ਼ ਦੇ ਸਕਦੇ ਹਾਂ ਉਸੇ ਦਿਨ ਮਾਲਕ ਹੁੰਦੇ ਹਾਂ। ਪਾਉਣ ਨਾਲ ਕੋਈ ਮਾਲਕ ਨਹੀਂ ਬਣਦਾ, ਦੇਣ ਨਾਲ ਮਾਲਕ ਬਣਦਾ ਹੈ। ਜੇ ਤੁਸੀਂ ਪ੍ਰੇਮ ਦੇ ਸਕਦੇ ਹੋ ਤਾਂ ਤੁਸੀਂ ਪ੍ਰੇਮ ਦੇ ਮਾਲਕ ਬਣ ਜਾਂਦੇ ਹੋ। ਜੇ ਤੁਸੀਂ ਦਇਆ ਦੇ ਸਕਦੇ ਹੋ ਤਾਂ ਤੁਸੀਂ ਦਇਆ ਦੇ ਮਾਲਕ ਬਣ ਜਾਂਦੇ ਹੋ। ਜੇ ਤੁਸੀਂ ਧਨ ਦੇ ਸਕਦੇ ਹੋ ਤਾਂ ਤੁਸੀਂ ਧਨ ਦੇ ਮਾਲਕ ਬਣ ਜਾਂਦੇ ਹੋ। ਤੁਸੀਂ ਜੋ ਵੀ ਦੇ ਸਕਦੇ ਹੋ ਉਸ ਦੇ ਮਾਲਕ ਹੋ ਜਾਂਦੇ ਹੋ। ਜੇ ਤੁਸੀਂ ਆਪਣਾ ਪੂਰਾ ਜੀਵਨ ਦੇ ਸਕਦੇ ਹੋ ਤਾਂ ਤੁਸੀਂ ਅੰਮ੍ਰਿਤ ਨੂੰ ਪਹੁੰਚ ਜਾਂਦੇ ਹੋ। ਤੁਸੀਂ ਜੀਵਨ ਦੇ ਮਾਲਕ ਬਣ ਜਾਂਦੇ ਹੋ। ਫਿਰ ਤੁਹਾਥੋਂ ਜੀਵਨ ਕੋਈ ਵੀ ਨਹੀਂ ਖੋਹ ਸਕਦਾ। ਜੋ ਤੁਸੀਂ ਦਿੰਦੇ ਹੋ ਉਹੀ ਤੁਹਾਡੇ ਕੋਲ ਬਚਦਾ ਹੈ। ਇਹ ਗਣਿਤ ਜ਼ਰਾ ਅਜੀਬ ਜਿਹਾ ਹੈ। ਜੋ ਤੁਸੀਂ ਪਕੜਦੇ ਹੋ ਉਹ ਤੁਹਾਡੇ ਕੋਲ ਨਹੀਂ ਹੈ। ਜੋ ਤੁਸੀਂ ਦਿੰਦੇ ਹੋ ਉਹੀ ਤੁਹਾਡੇ ਕੋਲ ਬਚਦਾ ਹੈ। ਇਸ ਉਲਟੇ ਗਣਿਤ ਨੂੰ ਜਰਾ ਸਿੱਖ ਲੈਣਾ, ਦਾਨ ਦੀ ਕੁੰਜੀ ਉਸ ਦੇ ਹੱਥ ਵਿੱਚ ਆ ਜਾਵੇਗੀ। ਜਰਾ ਆਪਣੇ ਹੀ ਜੀਵਨ ਵਿੱਚ ਅਨੁਭਵ ਕਰਕੇ ਦੇਖਣਾ
जे तुसी कदे भी कोई सुख दी किरण लैनी होवे तां जरा खोजना ਉਹ कद मिली सी। तुसी हमेशा पाओगे सुख दी किरण दे आस पास देण दा कोई कर्म है। ठीक तरह नाल निरीक्षण करोगे, जरूर खोज लवोगे कि ये गल कि जद भी तुहानूं सुख मिलिया होवेगा तां उस दे कोल देण दी कोई रस्म होवेगी, तुसी कर्म कीता होवेगा देण दा कुछ। खोजना ये निजम भी सदैवी है। कुछ ना कुछ दिता होवेगा तुसी किसे क्षण विच सहजे भाव नाल ही, मंग नहीं रखी होवेगी उदों, उस दे पिछे कोई सौदा नहीं रहा होवेगा। हिरदा खेड़े नाल भर जांदा उदों। ध्यान करना, जद भी तुसी दुख विच घिरे हुंदे हो तां ये भी गल लागू हुंदी है, तुसी कुछ खोया होवेगा जो तुसी दे सकदे सी। उस दे देण तो अपने आप नूं लुकोया होवेगा, कोई कंजूसी कीती होवेगी, उस कंजूसी दा तल ते अंजाम कोई भी होवे, तुसी कुछ संकोच कर लिया होवेगा। देण नाल आदमी फैलदा है, लैण नाल, खोण नाल, रोक नाल, ना देण नाल सुंगड़दा है। सुंगड़ना दुख है, फला आनंद है। सो बाकी कल तक जेकर तुहानूं ओशो दे प्रवचन पसंद आ रहे ने तां कमेंट बॉक्स विच जरूर दसना। जेकर वीडियो विच कोई कमी है वो भी कमेंट बॉक्स विच जरूर दसना। वीडियो नूं लाइक शेयर सबसक्राइब जरूर करियो। धन्नवाद जी।